ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ। ਆਰ ਯੂ ਰੈਡੀ? ਅੱਜ ਆਪਾਂ ਨੈਕਸਟ ਕਲਾਸ 8ਵੀਂ ਸਾਇੰਸ ਦਾ ਪਾਠ 7ਵਾਂ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਨ ਦੇ ਬਾਰੇ ਪੜ੍ਹਾਂਗੇ। ਅਧਿਆਇ 7ਵੇਂ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਨ ਦੇ ਆਪਾਂ ਅੱਜ ਖਾਲੀ ਥਾਵਾਂ ਕਰਾਂਗੇ। ਸੋ ਪਹਿਲਾ ਕੁਐਸਚਨ ਹੈ, ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਦੇ ਵਿੱਚ ਹੀ ਸੁਰੱਖਿਆ ਦੇ ਵਿੱਚ ਰੱਖਿਆ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ? ਜੰਗਲੀ ਜੀਵਨ ਰੱਖਾਂ। ਨੈਕਸਟ ਕੁਐਸਚਨ ਆਪਣੇ ਕੋਲ ਨੈਕਸਟ ਖਾਲੀ ਥਾਂ ਹੈ, ਉਹ ਪ੍ਰਜਾਤੀਆਂ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਖਾਸ ਸਥਾਨਕ ਪ੍ਰਜਾਤੀਆਂ, ਜਾਂ ਫਿਰ ਕੀ ਕਹਿੰਦੇ ਨੇ ਦੁਰਲਭ ਪ੍ਰਜਾਤੀਆਂ ਵੀ ਕਿਹਾ ਜਾਂਦਾ। ਨੈਕਸਟ ਆਪਣੇ ਕੋਲ ਖਾਲੀ ਥਾਂ ਹੈ, ਪ੍ਰਵਾਸੀ ਪੰਛੀ ਆਪਣੇ ਕੁਦਰਤੀ ਆਵਾਸ ਸਥਾਨਾਂ ਤੋਂ ਡੈਸ਼ ਵਿੱਚ ਪਰਿਵਰਤਨ ਦੇ ਕਾਰਨ ਦੂਰ ਦੁਰੇਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ। ਕਿਸ ਕਰਕੇ ਪਰਿਵਰਤਨ ਆਉਂਦਾ? ਕਿਸ ਦਾ ਪਰਿਵਰਤਨ ਹੁੰਦਾ? ਜਲਵਾਯੂ ਦੇ ਪਰਿਵਰਤਨ ਦੇ ਕਰਕੇ। ਨੈਕਸਟ ਆਪਣੇ ਕੋਲ ਕੁਐਸਚਨ ਹੈ, ਹੇਠ ਲਿਖਿਆਂ ਵਿੱਚ ਅੰਤਰ ਸਪਸ਼ਟ ਕਰੋ। ਪਹਿਲਾਂ ਆਪਣੇ ਕੋਲ ਹੈ ਜੰਗਲੀ ਜੀਵਨ ਰੱਖਾਂ ਅਤੇ ਜੀਵ ਮੰਡਲ ਰਿਜ਼ਰਵ। ਤਾਂ ਜੰਗਲੀ ਜੀਵਨ ਰੱਖਾਂ ਇਹ ਕੀ ਹੁੰਦਾ? ਆਪਣੇ ਕੋਲ ਵਾਈਲਡ ਲਾਈਫ ਕੰਜ਼ਰਵੇਸ਼ਨ। ਜੀਵ ਮੰਡਲ ਰਿਜ਼ਰਵ ਕੀ ਹੁੰਦਾ? ਬਾਇਓਸਫੀਅਰ ਰਿਜ਼ਰਵ। ਪਹਿਲਾਂ ਕੀ ਹੁੰਦਾ? ਜੰਗਲੀ ਜੀਵਨ ਰੱਖਾਂ ਇਹ ਹੁੰਦਾ ਉਹ ਖੇਤਰ ਜਿੱਥੇ ਕੇਵਲ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਹੀ ਸੁਰੱਖਿਅਤ ਰੱਖਿਆ ਜਾਂਦਾ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ? ਜੰਗਲੀ ਜੀਵਨ ਰੱਖਾ ਕਹਿੰਦੇ ਹਾਂ। ਇਸੇ ਤਰ੍ਹਾਂ ਆਪਣੇ ਕੋਲ ਜੀਵ ਮੰਡਲ ਰਿਜ਼ਰਵ ਕੀ ਹੁੰਦਾ? ਉਹ ਖੇਤਰ ਜਿੱਥੇ ਜੰਗਲੀ ਜੀਵ ਅਤੇ ਪੌਦਿਆਂ ਨੂੰ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਉਸ ਨੂੰ ਆਪਾਂ ਜੀਵ ਮੰਡਲ ਰਿਜ਼ਰਵ ਕਹਿੰਦੇ ਹਾਂ। ਨੈਕਸਟ ਪੁਆਇੰਟ ਐਜ਼ ਦਾ ਜੰਗਲੀ ਜੀਵਨ ਰੱਖਾਂ ਜਿਹੜੀਆਂ ਹੈਗੀਆਂ ਜੀਵ ਮੰਡਲ ਰਿਜ਼ਰਵ ਦਾ ਕੀ ਹੈ? ਹਿੱਸਾ ਵੀ ਹੋ ਸਕਦੀਆਂ ਹਨ, ਲੇਕਿਨ ਜਿਹੜਾ ਜੀਵ ਮੰਡਲ ਰਿਜ਼ਰਵ ਹੈ ਇੱਕ ਵਿਸ਼ਾਲ ਖੇਤਰ ਹੁੰਦਾ ਹੈ। ਅਗਲਾ ਆਪਣੇ ਕੋਲ ਚਿੜੀਆ ਘਰ ਅਤੇ ਜੰਗਲੀ ਜੀਵਨ ਰੱਖਾਂ ਦੇ ਵਿੱਚ ਅੰਤਰ ਸਪਸ਼ਟ ਕਰੋ। ਚਿੜੀਆ ਘਰ ਕੀ ਹੈ? ਚਿੜੀਆ ਘਰ ਉਹ ਖੇਤਰ ਹੈ ਜਿੱਥੇ ਆਪਣੇ ਜੰਗਲੀ ਜੀਵਾਂ ਨੂੰ ਲੋਕਾਂ ਦੇ ਮਨੋਰੰਜਨ ਲਈ ਬਣਾਵਟੀ ਆਵਾਸ ਵਿੱਚ ਰੱਖਿਆ ਜਾਂਦਾ ਹੈ। ਜਿਹੜੇ ਬਣਾਵਟੀ ਆਵਾਸ ਕਿ ਕੋਈ ਆਪਣੇ ਕੋਲ ਚਿੜੀਆ ਘਰ ਆਪਾਂ ਦੇਖਣ ਜਾਂਦੇ ਹਾਂ, ਚਿੜੀਆ ਘਰ ਦੇ ਵਿੱਚ ਜਿਹੜੇ ਰੱਖੇ ਹੁੰਦੇ ਜੀਵ ਜੰਤੂ ਉਹ ਕੀ ਆਪਣੇ ਮਨੋਰੰਜਨ ਦੇ ਲਈ ਰੱਖੇ ਜਾਂਦੇ ਆ, ਬਣਾਵਟੀ ਘਰ ਬਣਾਏ ਜਾਂਦੇ ਆ ਉਹਨਾਂ ਨੂੰ, ਉੱਥੇ ਉਹਨਾਂ ਨੂੰ ਰੱਖਿਆ ਜਾਂਦਾ ਸੰਭਾਲ ਕੇ। ਜੰਗਲੀ ਜੀਵਨ ਰੱਖਾਂ ਕੀ ਹੁੰਦੀਆਂ? ਉਹ ਖੇਤਰ ਜਿੱਥੇ ਕੇਵਲ ਜਾਨਵਰਾਂ ਨੂੰ ਉਹਨਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਉਸ ਨੂੰ ਜੰਗਲੀ ਜੀਵਨ ਰੱਖਾਂ ਕਹਿੰਦੇ ਹਨ। ਕੁਦਰਤੀ ਆਵਾਸ ਮਤਲਬ ਉਹ ਆਪਣੇ ਘਰ ਆਪਣੇ ਬਣਾਵਟੀ ਆਵਾਸ ਨਹੀਂ ਹੁੰਦੇ, ਉਹਨੂੰ ਖੁਦ ਬਣਾਉਂਦੇ ਆ, ਕੁਦਰਤੀ ਹੁੰਦੇ ਆਵਾਸ ਉਹਨਾਂ ਦੇ। ਨੈਕਸਟ ਆਪਣੇ ਕੋਲ ਆਪਾਂ ਨੇ ਦੱਸਣਾ ਸੰਕਟਕਾਲੀਨ ਪ੍ਰਜਾਤੀਆਂ ਅਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੇ ਵਿੱਚ ਅੰਤਰ ਸਪਸ਼ਟ ਕਰਨਾ। ਸੰਕਟਕਾਲੀਨ ਪ੍ਰਜਾਤੀਆਂ ਕੀ ਹੁੰਦੀਆਂ? ਉਹ ਪ੍ਰਜਾਤੀਆਂ ਹਨ ਜੋ ਭਵਿੱਖ ਵਿੱਚ ਖਤਮ ਹੋ ਸਕਦੀਆਂ ਹਨ, ਜਿਹੜੀਆਂ ਕਿ ਖਤਮ ਹੋ ਸਕਦੀਆਂ ਹਨ ਬਿਲਕੁਲ ਸੰਕਟਕਾਲੀਨ ਮਤਲਬ ਸੰਕਟ ਦੇ ਵਿੱਚ ਨੇ। ਉਦਾਹਰਨ ਵਜੋਂ ਬਾਘ। ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਉਹ ਪ੍ਰਜਾਤੀਆਂ ਜੋ ਜਿਨ੍ਹਾਂ ਦੀ ਹੋਂਦ ਧਰਤੀ ਤੋਂ ਖਤਮ ਹੋ ਚੁੱਕੀ ਹੈ, ਬਿਲਕੁਲ ਹੀ ਖਤਮ ਹੋ ਚੁੱਕੇ ਹੈ ਧਰਤੀ ਤੋਂ। ਉਹਦੀ ਉਦਾਹਰਨ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਡਾਇਨਾਸੌਰ, ਜਿਹੜੇ ਕਿ ਆਪਾਂ ਨਹੀਂ ਦੇਖ ਸਕਦੇ ਹੁਣ। ਨੈਕਸਟ ਆਪਣੇ ਕੋਲ ਪੌਦਾ ਜਗਤ ਅਤੇ ਪ੍ਰਾਣੀ ਜਗਤ ਦੇ ਵਿੱਚ ਅੰਤਰ ਦੱਸੋ। ਪੌਦਾ ਜਗਤ ਕੀ ਹੈ? ਕਿਸੇ ਭੂਗੋਲਿਕ ਖੇਤਰ ਦੇ ਸਾਰੇ ਪੌਦੇ ਪੌਦਾ ਜਗਤ ਬਣਾਉਂਦੇ ਹਨ, ਉਦਾਹਰਨ ਵਜੋਂ ਅੰਬ, ਬੋਹੜ ਆਦਿ। ਇਸੇ ਤਰ੍ਹਾਂ ਹੀ ਪ੍ਰਾਣੀ ਜਗਤ ਕੀ ਹੈ? ਪ੍ਰਾਣੀ ਤੋਂ ਹੀ ਪਤਾ ਚੱਲ ਰਿਹਾ ਪ੍ਰਾਣੀ ਦੇ ਵਿੱਚ ਕੀ ਹੋਣਗੇ ਆਪਣੇ ਕੋਲ ਕਿਸੇ ਭੂਗੋਲਿਕ ਖੇਤਰ ਦੇ ਸਾਰੇ ਜੰਤੂ ਸਮੇਤ ਮਨੁੱਖ ਪ੍ਰਾਣੀ ਕੀ ਹੈ? ਪ੍ਰਾਣੀ ਜਗਤ ਨੂੰ ਬਣਾਉਂਦੇ ਹਨ, ਉਦਾਹਰਨ ਵਜੋਂ ਕੀ ਹੈ? ਮਨੁੱਖ, ਬਿੱਲੀ, ਸ਼ੇਰ ਆਦਿ। ਨੈਕਸਟ ਕੁਐਸਚਨ ਹੈ, ਜੰਗਲਾਂ ਦੀ ਕਟਾਈ ਦੇ ਕਾਰਨ ਹੇਠ ਲਿਖਿਆਂ 'ਤੇ ਕੀ ਪ੍ਰਭਾਵ ਪੈਂਦਾ ਹੈ? ਵਿਚਾਰ ਵਟਾਂਦਰਾ ਕਰੋ। ਮਤਲਬ ਕਿ ਆਪਾਂ ਨੇ ਇਸ ਦੇ ਵਿੱਚ ਦੱਸਣਾ ਕਿ ਅਗਰ ਜੰਗਲਾਂ ਦੀ ਕਟਾਈ ਕਰ ਦਿੱਤੀ ਜਾਵੇ ਤਾਂ ਜੰਗਲੀ ਜੀਵਨ ਦੇ ਉੱਪਰ ਕੀ ਪ੍ਰਭਾਵ ਪਵੇਗਾ। ਆਪਾਂ ਨੂੰ ਪਤਾ ਹੀ ਕਿ ਅਗਰ ਜੰਗਲਾਂ ਦੀ ਕਟਾਈ ਕਰ ਦਿੱਤੀ ਜਾਵੇ ਤਾਂ ਉਹਨਾਂ ਦੇ ਜਿਹੜੇ ਜੀਵਾਂ ਦੇ ਆਵਾਸ ਸਥਾਨ ਹੈ ਉਹ ਕੀ ਹੈ? ਖਤਮ ਹੋ ਜਾਣਗੇ ਅਤੇ ਉਹਨਾਂ ਦੀ ਮੌਤ ਹੋਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਆਪਣੇ ਕੋਲ ਅਗਰ ਜੰਗਲਾਂ ਦੀ ਕਟਾਈ ਕਰਦੇ ਹਾਂ ਤਾਂ ਜੰਗਲੀ ਜੀਵਨ ਦੇ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਨੈਕਸਟ ਆਪਣੇ ਕੋਲ ਹੈ ਵਾਤਾਵਰਨ। ਵਾਤਾਵਰਨ 'ਤੇ ਕੀ ਪ੍ਰਭਾਵ ਪਵੇਗਾ ਬੱਚਿਓ? ਕਿ ਜੰਗਲ ਦੀ ਅਗਰ ਆਪਾਂ ਕਟਾਈ ਕਰ ਦਾਂਗੇ ਤਾਂ ਵਾਤਾਵਰਨ ਦਾ ਜਿਹੜਾ ਸੰਤੁਲਨ ਹੈ ਉਹ ਕੀ ਹੈ? ਵਿਗੜ ਜਾਵੇਗਾ। ਗਰਮੀ ਕੀ ਹੈ? ਵੱਧ ਜਾਵੇਗੀ ਅਤੇ ਵਰਖਾ ਕੀ ਹੈ? ਘੱਟ ਹੋਵੇਗੀ। ਭੂ ਖੋਰ ਕੀ ਹੈ? ਵੱਧ ਜਾਵੇਗਾ ਅਤੇ ਆਕਸੀਜਨ ਦਾ ਪੱਧਰ ਵੀ ਕੀ ਹੈ? ਘੱਟ ਜਾਵੇਗਾ। ਇਸ ਨਾਲ ਆਪਣੇ ਕੋਲ ਵਾਤਾਵਰਨ ਦੇ ਵੀ ਬਹੁਤ ਸਾਰੇ ਇਸ 'ਤੇ ਪ੍ਰਭਾਵ ਪੈਣਗੇ ਅਗਰ ਆਪਾਂ ਜੰਗਲਾਂ ਦੀ ਕਟਾਈ ਕਰ ਦੇਵਾਂਗੇ। ਪੇਂਡੂ ਖੇਤਰ। ਪੇਂਡੂ ਖੇਤਰ ਜੰਗਲਾਂ ਦੇ ਨੇੜੇ ਹੋਣ ਕਾਰਨ ਜੰਗਲਾਂ ਦੀ ਕਟਾਈ ਨਾਲ ਜਾਨਵਰ ਪਿੰਡਾਂ ਵਿੱਚ ਜਾ ਕੇ ਨੁਕਸਾਨ ਕਰ ਸਕਦੇ ਹਨ। ਪੇਂਡੂ ਖੇਤਰ ਦੇ ਕੀ ਆਪਣੇ ਕੋਲ ਜਿਹੜੇ ਜੰਗਲਾਂ ਦੇ ਨੇੜੇ ਹੋਣ ਕਰਕੇ ਪੇਂਡੂ ਖੇਤਰ ਕਿਹੜੇ ਜੰਗਲਾਂ ਦੇ ਨੇੜੇ ਹੁੰਦੇ ਆ ਉਹਦੇ ਜੰਗਲਾਂ ਦੀ ਅਗਰ ਆਪਾਂ ਕਟਾਈ ਕਰਦੇ ਜਿਹੜੇ ਜਾਨਵਰ
ਕੀ ਇਹ ਜੰਗਲਾਂ ਦੇ ਵਿੱਚ ਰਹਿੰਦੇ ਸੀ ਉਹ ਪਿੰਡਾਂ ਵਿੱਚ ਜਾਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਕੀ ਇਹ ਪਿੰਡਾਂ ਨੂੰ ਕੀ ਹੈ ਜਾ ਕੇ ਉਹ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਜੰਗਲਾਂ ਦੀ ਕਟਾਈ ਨਾਲ ਪੇਂਡੂ ਖੇਤਰਾਂ ਵਿੱਚ ਭੋਜਨ, ਬਾਲਣ ਅਤੇ ਲੱਕੜੀ ਆਦਿ ਦੀ ਕਮੀ ਵੀ ਆ ਜਾਵੇਗੀ। ਜਿਹੜਾ ਕਿ ਪੇਂਡੂ ਖੇਤਰਾਂ ਦੇ ਵਿੱਚ ਭੋਜਨ, ਬਾਲਣ ਅਤੇ ਲੱਕੜੀ ਦਾ ਬਾਲਣ, ਲੱਕੜੀ ਸਾਰਾ ਕੁਝ ਵਰਤਦੇ ਸੀ, ਜਿਹੜਾ ਉਹਨਾਂ ਨੂੰ ਕੀ ਹੈ ਜੰਗਲਾਂ ਤੋਂ ਮਿਲਦਾ ਸੀ, ਪ੍ਰਾਪਤ ਹੁੰਦਾ ਸੀ, ਉਹ ਵੀ ਕੀ ਉਸ ਦੇ ਵਿੱਚ ਵੀ ਕੀ ਹੈ ਕਮੀ ਆ ਜਾਵੇਗੀ। ਸ਼ਹਿਰੀ ਖੇਤਰ, ਅਗਰ ਜੰਗਲਾਂ ਦੀ ਕਟਾਈ ਕਰ ਦੇਵਾਂਗੇ ਤਾਂ ਉਸ ਦੇ ਨਾਲ ਕੀ ਹੋਏਗਾ, ਸ਼ਹਿਰ ਦੇ ਖੇਤਰ ਦੀ ਜਲਵਾਯੂ ਕੀ ਹੈ ਖਰਾਬ ਹੋ ਜਾਵੇਗੀ। ਕੁਦਰਤੀ ਆਫਤਾਂ ਵਧਣ ਨਾਲ ਸ਼ਹਿਰੀ ਖੇਤਰ ਦੇ ਉੱਪਰ ਵੀ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ। ਨੈਕਸਟ ਆਪਣੇ ਕੋਲ ਧਰਤੀ ਉੱਪਰ ਕੀ ਪ੍ਰਭਾਵ ਪਵੇਗਾ। ਅਗਰ ਆਪਾਂ ਜੰਗਲਾਂ ਦੀ ਕਟਾਈ ਕਰ ਦਿੱਤੀ ਤਾਂ ਧਰਤੀ ਦਾ ਜਿਹੜਾ ਤਾਪਮਾਨ ਹੈ ਉਹ ਕੀ ਹੈ ਵੱਧ ਜਾਵੇਗਾ, ਧਰਤੀ ਕੀ ਹੈ ਮਾਰੂਥਲ ਬਣ ਜਾਵੇਗੀ। ਨੈਕਸਟ ਆਪਾਂ ਦੱਸਣਾ ਅਗਲੀ ਪੀੜ੍ਹੀ ਲਈ ਕੀ ਹੋਊਗਾ, ਜੰਗਲਾਂ ਦੀ ਅਗਰ ਆਪਾਂ ਕਟਾਈ ਕਰ ਦਿੱਤਾ ਅਗਲੀ ਪੀੜ੍ਹੀ ਨੂੰ ਸਾਫ਼ ਅਤੇ ਸਹੀ ਵਾਤਾਵਰਨ ਨਹੀਂ ਮਿਲੇਗਾ। ਨੈਕਸਟ ਆਪਣੇ ਕੋਲ ਕੀ ਹੋਵੇਗਾ ਜੇ ਅਸੀਂ ਦਰਖਤਾਂ ਦੀ ਕਟਾਈ ਕਰਦੇ ਹਾਂ। ਜੇ ਲਗਾਤਾਰ ਕਟਾਈ ਹੁੰਦੀ ਰਹੀ ਦਰਖਤਾਂ ਦੀ ਤਾਂ ਉਸ ਦੇ ਨਾਲ ਕੀ ਫ਼ਰਕ ਪਵੇਗਾ। ਇਹ ਆਪਾਂ ਹੁਣੀ ਪੜ੍ਹ ਕੇ ਚੁੱਕੇ ਹਾਂ ਉੱਪਰ ਕੁਐਸਚਨਸ ਦੇ ਵਿੱਚ ਕਿ ਅਗਰ ਦਰਖਤਾਂ ਦੀ ਕਟਾਈ ਕਰਾਂਗੇ ਤਾਂ ਜੀਵਾਂ ਦੇ ਜਿਹੜੇ ਆਵਾਸ ਸਥਾਨ ਹੈ ਉਹ ਵੀ ਖਤਮ ਹੋ ਜਾਣਗੇ, ਗਰਮੀ ਕੀ ਹੈ ਵੱਧ ਜਾਵੇਗੀ, ਵਰਖਾ ਘੱਟ ਜਾਵੇਗੀ। ਜੇ ਦਰਖਤਾਂ ਦੀ ਕਟਾਈ ਕਰਾਂਗੇ ਤਾਂ ਵਾਤਾਵਰਨ ਦਾ ਸੰਤੁਲਨ ਕੀ ਹੈ ਉਹ ਵਿਗੜ ਜਾਵੇਗਾ, ਭੂ-ਖੋਰ ਕੀ ਹੈ ਵੱਧ ਜਾਵੇਗਾ ਅਤੇ ਆਕਸੀਜਨ ਦਾ ਪੱਧਰ ਕੀ ਹੋਵੇਗਾ ਘੱਟ ਜਾਵੇਗਾ। ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਸੋਕਾ ਆਦਿ ਇਹ ਸਾਰੇ ਕੀ ਹੈ ਵੱਧ ਜਾਣਗੇ। ਨੈਕਸਟ ਆਪਣੇ ਕੋਲ ਕੀ ਹੋਵੇਗਾ ਜੇ ਕਿਸੇ ਜੰਤੂ ਦਾ ਆਵਾਸ ਸਥਾਨ ਨਸ਼ਟ ਹੋ ਜਾਵੇ। ਇਹ ਹੁਣ ਆਪਾਂ ਨੂੰ ਪਤਾ ਹੀ ਕਿ ਅਗਰ ਕਿਸੇ ਦਾ ਆਵਾਸ ਮਤਲਬ ਨਿਵਾਸ ਸਥਾਨ ਹੀ ਖਤਮ ਹੋ ਜਾਵੇ ਤਾਂ ਉਹ ਕੀ ਹੈ ਬੇਘਰ ਹੋ ਜਾਣਗੇ। ਬੇਘਰ ਹੋ ਕੇ ਕੀ ਹੋਣਗੇ, ਜਿਹੜੇ ਆਪਣੇ ਕੋਲ ਜਾਨਵਰ ਹੈ, ਜੰਤੂ ਹੈ, ਉਹ ਕੀ ਹੈ ਮਰਨ ਲੱਗ ਪੈਣਗੇ। ਇਸ ਨਾਲ ਉਹਨਾਂ ਦੀ ਕੁਝ ਪ੍ਰਜਾਤੀਆਂ ਖਤਮ ਵੀ ਹੋ ਸਕਦੀਆਂ ਹਨ। ਜੇਕਰ ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ ਤਾਂ ਉਹ ਕੀ ਹੋਵੇਗਾ। ਆਪਾਂ ਨੂੰ ਪਤਾ ਹੀ ਹੈ ਕਿ ਮਿੱਟੀ ਜਿਹੜੀ ਉੱਪਰਲੀ ਪਰਤ ਅਗਰ ਨੰਗੀ ਹੋ ਜਾਵੇ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਕੀ ਹੈ ਘੱਟ ਜਾਵੇਗੀ। ਮਿੱਟੀ ਵਿੱਚ ਜਿਹੜੇ ਮਿੱਤਰ ਸੂਖਮ ਜੀਵ ਹੈ, ਜਿਹੜੇ ਸੂਖਮ ਜੀਵ ਸਹਾਇਤਾ ਕਰਦੇ ਹੈਗੇ ਉਹ ਕੀ ਹੈ ਮਰ ਜਾਣਗੇ ਅਤੇ ਮਿੱਟੀ ਵਿੱਚ ਨਮੀ ਦੀ ਮਾਤਰਾ ਵੀ ਕੀ ਹੈ ਘੱਟ ਜਾਵੇਗੀ। ਨੈਕਸਟ ਕੁਐਸਚਨ ਹੈ ਸੰਖੇਪ ਵਿੱਚ ਉੱਤਰ ਲਿਖੋ। ਸਾਨੂੰ ਜੈਵ ਵਿਭਿੰਨਤਾ ਦਾ ਸੁਰੱਖਿਅਨ ਕਿਉਂ ਕਰਨਾ ਚਾਹੀਦਾ ਹੈ। ਕਿਉਂਕਿ ਜਿਹੜੇ ਜੈਵ ਵਿਭਿੰਨਤਾ ਪ੍ਰਸਥਿਤਿਕ ਸੰਤੁਲਨ ਕੀ ਹੈ ਬਣਾ ਕੇ ਰੱਖਦੇ ਹਨ ਅਤੇ ਇਹ ਕਵੀਆਂ ਅਤੇ ਆਰਟਿਸਟਾਂ ਲਈ ਪ੍ਰੇਰਨਾ ਸਰੋਤਰ ਹਨ। ਨੈਕਸਟ ਆਪਣੇ ਕੋਲ ਸੁਰੱਖਿਅਤ ਕਿੱਤੇ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਕਿਉਂਕਿ ਜੰਗਲਾਂ ਵਿੱਚ ਸ਼ਿਕਾਰੀ ਜੰਤੂਆਂ ਦਾ ਸ਼ਿਕਾਰ ਕਰਦੇ ਹਨ, ਇਸ ਲਈ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਅਜਿਹਾ ਕਿਉਂ ਹੈ। ਕੁਝ ਆਦੀਵਾਸੀ ਜੰਗਲਾਂ ਉੱਪਰ ਨਿਰਭਰ ਕਰਦੇ ਹਨ। ਕਿਵੇਂ। ਕੁਝ ਆਦੀਵਾਸੀ ਭੋਜਨ, ਕੱਪੜੇ, ਆਵਾਸ ਅਤੇ ਹੋਰ ਜ਼ਰੂਰਤਾਂ ਦੇ ਲਈ ਜੰਗਲਾਂ ਉੱਪਰ ਹੀ ਨਿਰਭਰ ਕਰਦੇ ਹਨ। ਨੈਕਸਟ ਆਪਣੇ ਕੋਲ ਜੰਗਲਾਂ ਦੀ ਕਟਾਈ ਦੇ ਕਾਰਨ ਅਤੇ ਪ੍ਰਭਾਵ ਲਿਖੋ। ਜੰਗਲਾਂ ਦੀ ਕਟਾਈ ਦੇ ਕਾਰਨ ਮਤਲਬ ਆਪਾਂ ਦੱਸਣਾ ਕਿ ਜੰਗਲਾਂ ਦੀ ਕਟਾਈ ਕਿਉਂ ਕੀਤੀ ਜਾ ਰਹੀ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਵੱਡੀਆਂ ਇਮਾਰਤਾਂ ਬਣ ਰਹੀਆਂ ਉਹਦੇ ਲਈ ਲੱਕੜੀ ਪ੍ਰਾਪਤ ਕਰਨ ਦੇ ਲਈ ਕਿ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀਆਂ ਸੜਕਾਂ ਅਤੇ ਡੈਮ ਉਹਨਾਂ ਦੇ ਨਿਰਮਾਣ ਦੇ ਲਈ ਵੀ ਕੀ ਹੈ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ। ਖੇਤੀਬਾੜੀ ਯੋਗ ਖੇਤਰ ਵਧਾਉਣ ਦੇ ਲਈ ਸ਼ਹਿਰੀਕਰਨ ਅਤੇ ਉਦਯੋਗੀਕਰਨ ਮਤਲਬ ਫੈਕਟਰੀਆਂ ਵਗੈਰਾ ਲਗਾਉਣ ਦੇ ਲਈ ਵੀ ਕੀ ਕੀਤਾ ਜਾਂਦਾ, ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ। ਜੰਗਲਾਂ ਦੀ ਕਟਾਈ ਦੇ ਪ੍ਰਭਾਵ ਕੀ ਹਨ ਇਹ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਜੰਗਲੀ ਜੀਵਾਂ ਦੇ ਆਵਾਸ ਸਥਾਨ ਕੀ ਖਤਮ ਹੋ ਜਾਣਗੇ, ਵਾਤਾਵਰਨ ਦਾ ਸੰਤੁਲਨ ਵਿਗੜ ਜਾਵੇਗਾ, ਗਰਮੀ ਵੱਧ ਜਾਵੇਗੀ, ਵਰਖਾ ਘੱਟ ਜਾਵੇਗੀ, ਭੂ-ਖੋਰ ਵੱਧ ਜਾਵੇਗਾ, ਆਕਸੀਜਨ ਦਾ ਪੱਧਰ ਕੀ ਹੈ ਘੱਟ ਜਾਵੇਗਾ, ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਸੋਕਾ ਆਦਿ ਵੱਧ ਜਾਣਗੇ। ਨੈਕਸਟ ਕੁਐਸਚਨ ਹੈ ਰੈੱਡ ਡਾਟਾ ਬੁੱਕ ਕੀ ਹੈ। ਰੈੱਡ ਡਾਟਾ ਬੁੱਕ ਇੱਕ ਅਜਿਹੀ ਕਿਤਾਬ ਹੈ ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਭਾਵ ਉਹ ਸੰਕਟਕਾਲੀਨ ਪ੍ਰਜਾਤੀਆਂ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਉਹ ਕਿਹੜੀਆਂ ਪ੍ਰਜਾਤੀਆਂ ਜੋ ਕਿ ਖਤਮ ਹੋਣ ਦੀ ਕਗਾਰ 'ਤੇ ਹਨ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਸੰਕਟਕਾਲੀਨ ਪ੍ਰਜਾਤੀਆਂ, ਜਿਵੇਂ ਕਿ ਬਾਘ। ਨੈਕਸਟ ਕੁਐਸਚਨ ਹੈ ਪ੍ਰਵਾਸ ਤੋਂ ਤੁਸੀਂ ਕੀ ਸਮਝਦੇ ਹੋ। ਪ੍ਰਵਾਸ ਇੱਕ ਅਜਿਹੀ ਪ੍ਰਤੱਖ ਘਟਨਾ ਹੈ ਜਿਸ ਵਿੱਚ ਕੁਝ ਪ੍ਰਜਾਤੀਆਂ ਆਪਣੇ ਕੁਦਰਤੀ ਆਵਾਸ ਨੂੰ ਛੱਡ ਕੇ ਕਿਸੇ ਹੋਰ ਆਵਾਸ ਵੱਲ ਹਰ ਸਾਲ ਕਿਸੇ ਵਿਸ਼ੇਸ਼ ਸਮਾਂ ਅਵਧੀ ਤੱਕ ਖਾਸ ਕਰਕੇ ਪ੍ਰਜਨਨ ਲਈ ਚਲੀਆਂ ਜਾਂਦੀਆਂ ਹਨ। ਉਸ ਨੂੰ ਆਪਾਂ ਕੀ ਕਹਿੰਦੇ ਪ੍ਰਵਾਸ। ਕੀ ਹੈ ਕੁਝ ਸਮੇਂ ਦੇ ਲਈ ਆਪਣੇ ਆਵਾਸ ਸਥਾਨ ਨੂੰ ਛੱਡ ਕੇ ਕਿਸੇ ਹੋਰ ਤਰਫ ਕੁਝ ਟਾਈਮ ਦੇ ਲਈ ਕੀ ਹੈ ਚਲੀਆਂ ਜਾਂਦੀਆਂ ਹੈ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਪ੍ਰਵਾਸ। ਨੈਕਸਟ ਕੁਐਸਚਨ ਹੈ ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਕੀ ਇਹਨਾਂ ਯੋਜਨਾਵਾਂ ਲਈ ਦਰੱਖਤਾਂ ਦੀ ਕਟਾਈ ਜਾਇਜ਼ ਹੈ।
ਇਸ ਕਥਨ ਉੱਪਰ ਵਿਚਾਰ ਚਰਚਾ ਕਰੋ ਤੇ ਸੰਖੇਪ ਵਿੱਚ ਰਿਪੋਰਟ ਤਿਆਰ ਕਰੋ। ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਨੂੰ ਅੰਨ੍ਹੇਵਾਹ ਕਟਾਈ ਜਾਇਜ਼ ਨਹੀਂ ਹੈ। ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜੰਗਲਾਂ ਨੂੰ ਕੱਟਣਾ ਸਹੀ ਨਹੀਂ ਹੈ, ਕਿਉਂਕਿ ਆਪਾਂ ਨੂੰ ਪੜ੍ਹ ਹੀ ਚੁੱਕੇ ਹਾਂ ਕਿ ਜੰਗਲਾਂ ਨੂੰ ਅਗਰ ਕਟਾਈ ਕਰ ਰਹੇ ਹਾਂ ਤਾਂ ਉਸਦੇ ਬਹੁਤ ਜ਼ਿਆਦਾ ਬੁਰੇ ਪ੍ਰਭਾਵ ਪੈ ਰਹੇ ਆਪਣੇ ਉੱਪਰ। ਹਰ ਚੀਜ਼ ਨੂੰ ਇਹ ਇਫੈਕਟ ਕਰ ਰਿਹਾ, ਜਿਵੇਂ ਕਿ ਜੰਗਲੀ ਜੀਵਾਂ ਦੇ ਆਵਾਸ ਸਥਾਨ ਵੀ ਖਤਮ ਹੋ ਰਹੇ ਹੈ, ਵਾਤਾਵਰਨ ਦਾ ਸੰਤੁਲਨ ਵੀ ਵਿਗੜ ਰਿਹਾ, ਇਸ ਦੇ ਨਾਲ ਗਰਮੀ ਵੱਧ ਰਹੀ ਹੈ, ਵਰਖਾ ਘੱਟ ਜਾਵੇਗੀ, ਭੂ ਖੋਰ ਵੱਧ ਜਾਵੇਗਾ, ਆਕਸੀਜਨ ਦਾ ਪੱਧਰ ਵੀ ਘੱਟ ਹੋ ਜਾਵੇਗਾ, ਕੁਦਰਤੀ ਆਫਤਾਂ ਜਿਵੇਂ ਹੜ੍ਹ ਸੋਕਾ ਆਦਿ ਵੱਧ ਜਾਣਗੇ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਕਸੀਜਨ ਦਾ ਪੱਧਰ ਘੱਟ ਜਾਵੇਗਾ, ਆਪਾਂ ਨੂੰ ਤਾਂਹੀਓ ਕਿਹਾ ਜਾਂਦਾ ਕਿ ਵੱਧ ਤੋਂ ਵੱਧ ਦਰਖਤ ਲਗਾਓ, ਜਿਸ ਨਾਲ ਕਿ ਆਪਣੇ ਕੋਲ ਆਕਸੀਜਨ ਦੀ ਕਮੀ ਨਾ ਹੋਵੇ। ਬੱਚਿਓ, ਆਪਾਂ ਨੂੰ ਨੈਕਸਟ ਕੁਐਸਚਨ ਹੈ, ਆਪਣੇ ਸਥਾਨਕ ਖੇਤਰ ਵਿੱਚ ਹਰਿਆਲੀ ਬਣਾਈ ਰੱਖਣ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ? ਆਪਣੇ ਦੁਆਰਾ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦੀ ਸੂਚੀ ਬਣਾਓ। ਕੀ ਭਾਵ ਹੈ, ਕੀ ਪੁੱਛਿਆ ਇਸ ਦੇ ਵਿੱਚ ਕਿ ਤੁਸੀਂ ਆਪਣੇ ਨੇੜੇ ਤੇੜੇ ਅਗਰ ਹਰਿਆਲੀ ਰੱਖਣੀ ਹੈ ਤਾਂ ਤੁਸੀਂ ਉਸ ਦੇ ਵਿੱਚ ਕੀ ਯੋਗਦਾਨ ਕਰ ਸਕਦੇ ਹੋ? ਤਾਂ ਤੁਸੀਂ ਕੀ ਕਰ ਸਕਦੇ ਹੋ? ਸਾਨੂੰ ਵੱਧ ਤੋਂ ਵੱਧ ਕੀ ਦਰਖਤ ਲਗਾਉਣੇ ਚਾਹੀਦੇ ਹਨ, ਵੱਧ ਤੋਂ ਵੱਧ ਦਰਖਤ ਲਗਾ ਸਕਦੇ ਹਾਂ। ਦਰਖਤਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਆਸੇ ਪਾਸੇ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਆਪਾਂ ਕੀ ਆ ਦਰਖਤਾਂ ਦੇ ਲਾਭ ਅਤੇ ਕਟਾਈ ਦੇ ਬੁਰੇ ਪ੍ਰਭਾਵਾਂ ਬਾਰੇ ਦੱਸ ਸਕਦੇ ਹਾਂ ਕਿ ਉਹਨਾਂ ਨਾਲ ਆਪਣੇ ਕੋਲ ਲਗਾਉਣ ਦੇ ਕੀ ਫਾਇਦੇ ਹੈ ਅਤੇ ਕੱਟਣ ਦੇ ਕੀ ਨੁਕਸਾਨ ਹਨ, ਤਾਂ ਉਹਨਾਂ ਬਾਰੇ ਆਪਾਂ ਉਹਨਾਂ ਨੂੰ ਜਾਗਰੂਕ ਕਰ ਸਕਦੇ ਹਾਂ। ਨੈਕਸਟ ਕੁਐਸਚਨ ਹੈ, ਜੰਗਲਾਂ ਦੀ ਅੰਨ੍ਹੇਵਾਹੀ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ? ਵਿਸਥਾਰ ਸਹਿਤ ਵਰਣਨ ਕਰੋ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੌਦੇ ਵਾਸ਼ਪੀਕਰਨ ਦੁਆਰਾ ਬੱਦਲ ਨਿਰਮਾਣ ਅਤੇ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਜੰਗਲਾਂ ਦੀ ਕਟਾਈ ਨਾਲ ਵਰਖਾ ਦੀ ਵਿੱਚ ਕਮੀ ਆ ਜਾਂਦੀ ਹੈ। ਤਾਂਹੀਓ ਤਾਂ ਕਿਹਾ ਜਾਂਦਾ ਹੈ ਕਿ ਜੰਗਲਾਂ ਦੀ ਕਟਾਈ ਅੰਨ੍ਹੇਵਾਹੀ ਕਟਾਈ ਨਾ ਕੀਤੀ ਜਾਵੇ, ਜਿਸ ਨਾਲ ਵਰਖਾ ਕੀ ਹੈ ਘੱਟ ਜਾਂਦੀ ਹੈ। ਸਾਨੂੰ ਕਾਗਜ਼ ਦੀ ਬੱਚਤ ਕਿਉਂ ਕਰਨੀ ਚਾਹੀਦੀ ਹੈ? ਉਹਨਾਂ ਕਿਰਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਨਾਲ ਤੁਸੀਂ ਕਾਗਜ਼ ਦੀ ਬੱਚਤ ਕਰ ਸਕਦੇ ਹੋ। ਕਿਉਂਕਿ ਕਾਗਜ਼ ਕੀ ਦਰਖਤਾਂ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਲਈ ਕਾਗਜ਼ ਬਣਾਉਣ ਲਈ ਦਰਖਤਾਂ ਦੀ ਕਟਾਈ ਕਰਨੀ ਪੈਂਦੀ ਹੈ। ਇਸ ਲਈ ਸਾਨੂੰ ਕਾਗਜ਼ ਦੀ ਬੱਚਤ ਵੀ ਕਰਨੀ ਚਾਹੀਦੀ ਹੈ। ਕਾਗਜ਼ ਦੀ ਬੱਚਤ ਲਈ ਸਾਨੂੰ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ। ਰੱਦੀ ਕਾਗਜ਼ ਨੂੰ ਮੁੜ ਉਤਪਾਦਨ ਲਈ ਫੈਕਟਰੀਆਂ ਵਿੱਚ ਭੇਜਣਾ ਚਾਹੀਦਾ ਹੈ। ਰੱਦੀ ਮਤਲਬ ਜਿਹੜੇ ਬੇਕਾਰ ਕਾਗਜ਼ ਹੈ। ਰੱਦੀ ਕਾਗਜ਼ ਦੀ ਮੁੜ ਵਰਤੋਂ ਲਿਫਾਫੇ ਆਦਿ ਬਣਾਉਣ ਲਈ ਕਰਨੀ ਚਾਹੀਦੀ ਹੈ। ਕਾਗਜ਼ ਦੀ ਫਾਲਤੂ ਵਰਤੋਂ ਨਹੀਂ ਕਰਨੀ ਚਾਹੀਦੀ, ਮਤਲਬ ਵੇਸਟ ਦੇ ਵਿੱਚ ਉਸਨੂੰ ਸੁੱਟਣਾ ਨਹੀਂ ਚਾਹੀਦਾ। ਕਾਪੀਆਂ ਦੇ ਬਚੇ ਹੋਏ ਸਫ਼ਿਆਂ ਤੋਂ ਰਫ ਕੰਮ ਲਈ ਕਾਪੀ ਬਣਾ ਲੈਣੀ ਚਾਹੀਦੀ ਹੈ। ਭਾਵ ਕਿ ਅਗਰ ਤੁਹਾਡੇ ਕੋਲ ਕਾਪੀਆਂ ਦੇ ਥੋੜ੍ਹੇ ਪੇਜ ਬਚੇ ਹੋਏ ਆ ਤਾਂ ਸਾਰੇ ਕਾਪੀਆਂ 'ਤੇ ਤੁਸੀਂ ਪੇਜ ਕੱਢ ਕੇ ਇੱਕ ਰਫ ਕਾਪੀ ਤਿਆਰ ਕਰ ਸਕਦੇ ਹੋ। ਇਸ ਨਾਲ ਵੀ ਤੁਸੀਂ ਕੀ ਹੈ ਕਾਪੀ ਦੇ ਪੇਜਾਂ ਦੀ ਬੱਚਤ ਕਰ ਸਕਦੇ ਹੋ, ਜਿਸ ਨਾਲ ਕੀ ਹੈ ਤੁਸੀਂ ਦਰਖਤਾਂ ਦੀ ਵੀ ਬੱਚਤ ਕਰ ਸਕਦੇ ਹੋ। ਨੈਕਸਟ ਕੁਐਸਚਨ ਆਪਣੇ ਕੋਲ ਉੱਪਰ ਤੋਂ ਹੇਠਾਂ ਵੱਲ, ਇਹ ਆਪਣੇ ਕੋਲ ਬੁੱਕ ਦੇ ਵਿੱਚ ਬਣੇ ਹੋਏ ਆ ਪਹੇਲੀ ਦੇ ਵਿੱਚ ਪਹਿਲਾ ਕੁਐਸਚਨ ਕੀ ਹੈ? ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੀ ਸੂਚਨਾ ਦੇਣ ਵਾਲੀ ਪੁਸਤਕ। ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਅਲੋਪ ਹੋ ਚੁੱਕੀਆਂ ਜਿਹੜੀਆਂ ਪ੍ਰਜਾਤੀਆਂ ਉਹਨਾਂ ਦੀ ਸੂਚਨਾ ਕਿਹੜੀ ਪੁਸਤਕ ਦੇ ਵਿੱਚ ਰੱਖੀ ਜਾਂਦੀ ਹੈ? ਰੈੱਡ ਡਾਟਾ ਬੁੱਕ ਦੇ ਵਿੱਚ। ਨੈਕਸਟ ਕੁਐਸਚਨ ਹੈ, ਪੌਦਿਆਂ, ਜੰਤੂਆਂ ਅਤੇ ਸੂਖਮ ਜੀਵਾਂ ਦੀਆਂ ਭਿੰਨ ਭਿੰਨ ਕਿਸਮਾਂ ਅਤੇ ਵਿਭਿੰਨਤਾ ਦਾ ਸਮੂਹ, ਉਸਨੂੰ ਆਪਾਂ ਕੀ ਕਹਿੰਦੇ? ਜੈਵ ਵਿਭਿੰਨਤਾ। ਨੈਕਸਟ ਹੈ ਸੱਜੇ ਤੋਂ ਖੱਬੇ ਪਾਸੇ ਵੱਲ, ਧਰਤੀ ਦਾ ਉਹ ਭਾਗ ਜਿਸ ਵਿੱਚ ਜੀਵ ਪਾਏ ਜਾਂਦੇ ਹਨ ਉਸਨੂੰ ਆਪਾਂ ਕੀ ਕਹਿੰਦੇ ਹਾਂ? ਜੈਵ ਮੰਡਲ। ਖਾਤਮੇ ਦੇ ਕੰਢੇ 'ਤੇ ਪ੍ਰਜਾਤੀਆਂ, ਜਿਹੜੀਆਂ ਖਾਤਮੇ ਦੀ ਕਗਾਰ 'ਤੇ ਹੈ, ਉਹਨਾਂ ਪ੍ਰਜਾਤੀਆਂ ਨੂੰ ਆਪਾਂ ਕੀ ਕਹਿੰਦੇ ਹਾਂ? ਸੰਕਟਕਾਲੀਨ ਪ੍ਰਜਾਤੀਆਂ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।